अस्सलाम वालेकुम जी। तो जी ਅਸੀਂ ਨਾ ਇਹ ਲਾਲੇ ਰਾਂ ਨੂੰ ਪੁੱਛਣ ਲਿਆ ਵੀ ਇਹ ਵਿਚਾਰੇ ਬੜੇ ਪਰੇਸ਼ਾਨ ਨੇ, ਉਹ ਕਈਆਂ ਦਿਨਾਂ ਤੋਂ ਨੇ ਔਰ ਕਾਫੀ ਦਫਾ ਆਏ ਨੇ ਤੇ ਅਸੀਂ ਪੁੱਛਿਆ ਤੇ ਕੋਈ ਇਹਨਾਂ ਨੇ ਨਾ ਆਖਿਆ ਨਹੀਂ ਖੈਰ ਹੀ ਹੈ। ਲੇਕਿਨ ਅੱਜ ਅਸੀਂ ਇਹਨਾਂ ਨੂੰ ਕਾਬੂ ਕਰ ਹੀ ਲਿਆ। ਅਸੀਂ ਇਹਨਾਂ ਨੂੰ ਕਿਹਾ ਕਿ ਵੀ ਸਾਨੂੰ ਦੱਸੋ ਤੇ ਸਹੀ ਵੀ ਆਖਰ ਤੁਸੀਂ ਪਾਕਿਸਤਾਨੀ ਨਹੀਂ ਜਾਂ ਤੁਸੀਂ ਸਾਡੇ ਭਰਾ ਨਹੀਂ ਜਾਂ ਐਜ਼ ਏ ਇਨਸਾਨ ਕਮ ਅਜ਼ ਕਮ ਇੱਕ ਦੂਸਰੇ ਨਾਲ ਸ਼ੇਅਰ ਕਰਾਂਗੇ ਤੇ ਕੋਈ ਗੱਲ ਲੱਭੇ ਦੀ, ਕੋਈ ਗੱਲ ਹੋਵੇ ਦੀ ਤੇ ਕੋਈ ਮਸਲੇ ਦਾ ਹੱਲ ਬੰਦਾ ਬਰਾਦਰੀ ਤੋਂ ਇਲਾਵਾ ਵੀ ਕਰ ਸਕਦਾ ਹੈ। ਕੋਈ ਕਹਿ ਸਕਦੇ ਹੋ ਕਿ ਤੁਸੀਂ ਮਹਿਕਮੇ ਤੋਂ ਇਲਾਵਾ ਵੀ ਕੋਈ ਕਰ ਸਕਦਾ। ਅਗਰ ਤੁਹਾਡਾ ਫੌਜ ਵਿੱਚ, ਤੁਹਾਡਾ ਪੁਲਿਸ ਵਿੱਚ, ਤੁਹਾਡਾ ਕਿਸੇ ਵੀ ਵੈਕਟਰ ਵਿੱਚ ਮੁਲਾਜ਼ਮ ਹੈ ਨਾ ਤੇ ਬੰਦਾ ਕਿਸੇ ਦੇ ਰਾਹੀਂ ਵੀ ਸਿਫਾਰਿਸ਼ ਕਰਾ ਸਕਦਾ ਜੇ ਅਗਰ ਕੋਈ ਕੰਮ ਹੋਣਾ ਹੋਵੇ। तो ਅਸੀਂ ਲਾਲੇ ਰਾਂ ਨੂੰ ਪੁੱਛਿਆ ਤੇ ਵਿਚਾਰੇ ਤੇ ਸਮਝ ਲਓ ਕਿ ਹੁਣ ਇਹਨਾਂ ਦੇ ਚਿਹਰੇ ਤੇ ਉਹ ਆਂਸੂ ਨਹੀਂ ਹਨ ਵੀ ਜਿਹੜੇ ਅਸੀਂ ਤੁਹਾਨੂੰ ਦਸੀਏ, ਵਗਰਨਾ ਅੰਦਰੋਂ ਇਹ ਟੁੱਟ ਚੁੱਕੇ ਨੇ ਔਰ ਆਪਣੀ ਵਜ੍ਹਾ ਨਾਲ ਹੀ, ਯਾਨੀ ਕੋਈ ਗਲਤੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੇ ਲਾਲਾ ਜੀ ਕੀ ਮਸਲਾ ਪਹਿਲਾਂ ਦੱਸੋ ਵੀ। ਮਸਲਾ ਕੀ ਹੈ ਯਾਰ, ਆਪਣੀ ਜ਼ਿੰਦਗੀ ਦਾ ਬਿਹਤਰੀਨ ਹਿੱਸਾ ਫੌਜ ਨੂੰ ਦੇਖ ਕੇ ਆਇਆ। ਯਾਨੀ ਜਿਹੜੀ ਖੂਬ ਜਵਾਨੀ ਬਚਪਨੇ ਚ ਗਿਆ ਯੰਗ ਤੇ 18-19 ਸਾਲ ਤੋਂ ਜਿਹੜੇ ਚਿੱਟੇ ਵਾਲ ਹੋ ਗਏ ਨੇ ਅੰਦਰ ਫੌਜ ਵਾਪਸ ਆਏ ਤੇ ਵਾਪਸ ਆਏ ਔਰ ਜਿਹੜੇ ਪੈਸੇ ਕਟਾਉਂਦੇ ਰਹੇ ਆ। ਸਾਡਾ ਇੱਕ ਉਹ ਹੁੰਦਾ ਸੀ ਬਿਨੋਲਾ ਫੰਡ, ਜਿਸ ਨੂੰ ਗਰੁੱਪ ਇੰਸ਼ੋਰੈਂਸ ਕਹਿੰਦੇ ਨੇ। ਹਾਂਜੀ, ਉਹ ਅਸਾਂ ਕਟਾਉਂਦੇ ਰਹੇ ਆ ਪੁਲਿਸੀ ਐਸੀ ਯਾਨੀ ਆਪਣੀ ਸਾਰੀ ਜਿਹੜੀ ਉੱਥੇ ਨੌਕਰੀ ਕੀਤੀ ਹੈ 20-25 ਸਾਲ। ਬਿਲਕੁਲ, ਉਹ ਪੁਲਿਸੀ ਐਸੀ ਕਹੇ ਜੀ ਕਿ ਉਹ ਜਿਹੜੇ ਬੰਦੇ ਦੀ ਡੈਥ ਹੋ ਜਾਵੇਗੀ ਨਾ ਤਾਂ ਉਸ ਨੂੰ ਉਹ ਮਿਲੇਗਾ। ਠੀਕ ਹੈ, ਲੇਕਿਨ ਬਾਅਦ ਵਿੱਚ ਕੇਸ ਲੜਿਆ ਗਿਆ ਕਿ ਬਈ ਜਿਨ੍ਹਾਂ ਦੀ ਡੈਥ ਹੋ ਗਈ ਉਹ ਤਾਂ ਚਲੋ ਚਲੇ ਗਏ, ਲੈ ਗਏ। ਉਹ ਤਾਂ ਗੱਲ ਸਮਝ ਆ। ਜਿਨ੍ਹਾਂ ਦੀ ਡੈਥ ਨਹੀਂ ਹੋਈ, ਜਿਹੜੇ ਜ਼ਿੰਦਾ ਨੇ, ਹਾਂਜੀ, ਤੇ ਉਹਨਾਂ ਦਾ ਹੱਕ ਨਹੀਂ ਬਣਦਾ, ਉਹਨਾਂ ਕਟੌਤੀ ਨਹੀਂ। ਯਾਨੀ ਉਹ ਤੇ ਗਏ, ਉਹਨਾਂ ਦੇ ਆਪਣੇ ਹਰ ਮਹੀਨੇ ਦੀ ਤਨਖਾਹ ਚੋਂ ਪੈਸੇ ਕਟਾਏ ਨੇ। ਹਾਂਜੀ, ਤੇ ਉਹਨਾਂ ਨਹੀਂ ਮਿਲਣਾ ਚਾਹੀਦਾ, ਉਹਨਾਂ ਨੂੰ ਵੀ ਮਿਲਣਾ ਚਾਹੀਦਾ। ਉਹ ਕੇਸ ਲੱਗ ਗਿਆ ਅਦਾਲਤ ਦੇ ਵਿੱਚ। ਅੱਛਾ ਜੀ, ਸੁਪਰੀਮ ਕੋਰਟ ਵਿੱਚ ਪਾਸ ਹੋ ਗਿਆ। ਇਹ ਕਿੰਨਾ ਚਿਰ ਪਹਿਲਾਂ ਦੀ ਗੱਲ ਹੈ? ਇਹ ਬੜੇ ਚਿਰ ਦੀ ਗੱਲ ਹੈ। ਤੇ ਕੇਸ ਲੜਦਿਆਂ ਜਿਹੜਾ ਨਾ ਇਹ ਹੁਣ ਆ ਕੇ ਪਿੱਛੇ ਪਾਸ ਹੋਇਆ। ਹਾਂਜੀ, ਸੁਪਰੀਮ ਕੋਰਟ ਵਿੱਚ ਫਾਈਨਲ ਹੋ ਗਿਆ। ਅੱਛਾ, ਯਾਨੀ ਹੁਣ ਫਾਈਨਲ ਹੋ ਗਿਆ, ਤੁਹਾਡੇ ਹੱਕ 'ਚ ਹੋ ਗਿਆ ਕਿ ਵੀ ਇਹਨਾਂ ਨੂੰ ਦਿਓ ਜਿਹੜੇ ਜ਼ਿੰਦਾ ਨੇ। ਹੱਕ 'ਚ ਹੋ ਗਿਆ। ਫਿਰ ਉਸ ਤੋਂ ਬਾਅਦ ਇਹਨਾਂ ਕਿਹਾ ਜੀ ਕਿ ਪਾਰਲੀਮੈਂਟ ਦੇ ਵਿੱਚ ਇਸ ਦੇ ਉੱਤੇ ਬਹਿਸ ਹੋਵੇਗੀ। ਠੀਕ ਹੈ, ਤੇ ਪਾਰਲੀਮੈਂਟ ਨੂੰ ਪਾਸ ਕਰ ਦਿੱਤਾ ਤੇ ਇਹਨਾਂ ਨੂੰ ਇਹ ਮਿਲ ਜਾਏਗਾ। ਯਾਨੀ ਅਦਾਲਤ ਦੇ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਵਿੱਚ ਹੁਣ ਪਿੱਛੇ ਆਪਣੀਆਂ ਵਜ਼ੀਰਾਂ ਦੀਆਂ ਤਨਖਾਹਾਂ ਵਧੀਆਂ ਨੇ। ਹਾਂ, ਚਲੋ ਉਹਨਾਂ ਦਾ ਉਹਨਾਂ ਤਨਖਾਹਾਂ ਦੇ ਨਾਲ ਉਹਨਾਂ ਕਿਹਾ ਚਲੋ ਯਾਰ ਇਹਨਾਂ ਦਾ ਹੱਕ ਬਣਦਾ, ਇਹਨਾਂ ਦੀ ਕਟੌਤੀ ਹੋਈ ਹੈ, ਇਹਨਾਂ ਨਹੀਂ ਦਿਓ। ਹਾਂ, ਉਹ ਇਸੇ ਤਰ੍ਹਾਂ ਹੋਇਆ ਕਿ ਬਈ ਉਹ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਨਾ ਉਹ ਫਾਰਮ ਆ ਗਏ ਨੇ ਔਰ ਪੁਰ ਕਰਕੇ ਲੋਕ ਜਮ੍ਹਾਂ ਕਰਾ ਰਹੇ ਨੇ। ਯਾਨੀ ਪੂਰੇ ਪੰਜਾਬ ਜਾਂ ਪੂਰੇ ਪਾਕਿਸਤਾਨ? ਪੂਰੇ ਪੰਜਾਬ ਤੇ ਸਿੰਧ ਦੋਵੇਂ ਰਹਿੰਦੇ ਸਨ। ਬਲੋਚਿਸਤਾਨ, ਸਿੰਧ, ਪੰਜਾਬ ਇਹ ਰਹਿੰਦੇ ਸਨ। ਬਾਕੀਆਂ ਦਾ ਹੋਇਆ ਸੀ? ਬਾਕੀਆਂ ਦਾ ਹੋਇਆ ਸੀ। ਠੀਕ, ਸਰਹੱਦ ਨੂੰ ਹੋ ਗਿਆ ਸੀ। ਸਰਹੱਦ ਦਾ ਖੈਬਰ ਪਖਤੂਨਖਵਾ ਦਾ ਉਹਨਾਂ ਦਾ ਹੋ ਗਿਆ ਸੀ। ਇਹ ਸਾਡੇ ਜ਼ਿਲ੍ਹੇ ਰਹਿੰਦੇ ਸਨ, ਪੰਜਾਬ ਤੇ ਜਿਹੜਾ। ਹਾਂ, ਠੀਕ ਹੈ। ਅੱਛਾ, ਸਾਡਾ ਡਿਸਟ੍ਰਿਕਟ ਖੁਸ਼ਾਬ ਹੈ। ਹਾਂਜੀ, ਔਰ ਇੱਕ ਐਸਾ ਜ਼ਿਲ੍ਹਾ ਹੈ ਕਿ ਜਿਹਦੀ 50% ਫੌਜ ਦੇ ਲੋਕ। ਡਿਸਟ੍ਰਿਕਟ ਖੁਸ਼ਾਬ ਜਿਹੜਾ ਉਹ ਐਡਾ ਮਸ਼ਹੂਰ ਹੈ ਕਿ ਤੁਸੀਂ ਆਰਮੀ ਦੇ ਵਿੱਚ ਹਰ ਤੀਸਰੇ ਬੰਦੇ ਨੂੰ ਦੇਖੋ ਤੇ ਖੁਸ਼ਾਬ ਦਾ ਨਿਕਲੇਗਾ। ਜੀ ਹਾਂ, ਬੜੇ ਜਵਾਨ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ। ਤੇ ਉੱਥੇ ਜਿਹੜਾ ਵੈਲਫੇਅਰ ਵਾਸਤੇ ਸਟਾਫ ਬਿਠਾਇਆ ਗਿਆ ਨਾ ਸੋਲਜਰ ਬੋਰਡ ਦੇ ਵਿੱਚ, ਇਹ ਖੁਸ਼ਾਬ ਦੀ ਗੱਲ? ਖੁਸ਼ਾਬ ਦੀ। ਅੱਛਾ, ਇਹ ਜਿਹੜੇ ਯਾਨੀ ਜ਼ਿਲ੍ਹੇ ਦੇ ਵਿੱਚ ਜਿਹੜਾ ਤੁਹਾਡਾ ਬੈਠਾ ਹੈ ਸਟਾਫ, ਜਿਹੜਾ ਡਿਸਟ੍ਰਿਕਟ ਬੋਰਡ ਹੁੰਦਾ, ਜਿਹੜਾ ਹੈਲਪ ਕਰਦਾ ਤੁਹਾਡੀ ਇਦਾਰੇ ਦੇ, ਯਾਨੀ ਕੋਈ ਵੀ ਤੁਹਾਡੀ ਮਾਮਲਾਤ ਹੁੰਦਾ ਤੁਸੀਂ ਉਹਨੂੰ ਸ਼ੇਅਰ ਕਰਦੇ ਹੋ, ਉਹ ਅੱਗੋਂ ਤੁਹਾਡੀ ਯੂਨਿਟ ਨੂੰ। ਬਿਲਕੁਲ, ਹਾਂਜੀ। ਸੋਲਜਰ ਬੋਰਡ ਦੇ ਜ਼ਰੀਏ ਹੀ ਰਿਟਾਇਰ ਬੰਦੇ ਦੇ ਅੱਗੇ ਫਾਰਮ ਜਾਣੇ ਹੁੰਦੇ। ਹਾਂਜੀ, ਹਾਂ, ਉਹ ਹੀ ਇਦਾਰੇ। ਉਹਨਾਂ ਕੋਲ ਜਦੋਂ ਵੀ ਗਿਆ ਨਾ ਕਿਸੇ ਵੈਲਫੇਅਰ ਵਾਸਤੇ, ਹਾਂਜੀ, ਪਹਿਲੀ ਗੱਲ ਤੇ ਉਹਨਾਂ ਕਿਹਾ ਜੀ ਹੈ ਹੀ ਝੂਠ। ਐਵੇਂ ਸੁਣ ਕੇ ਆਇਓ? ਹਾਂ, ਕਿਹਦੇ ਕੋਲ ਸੁਣਿਆ ਜੇ? ਕਿੱਥੋਂ ਸੁਣਿਆ? ਸਾਡੇ ਕੋਲ ਤਾਂ ਲੈਟਰ ਹੀ ਕੋਈ ਨਹੀਂ ਆਇਆ। ਉਹਨਾਂ ਨੂੰ ਖਬਰ ਹੀ ਕੋਈ ਨਹੀਂ ਹੁੰਦੀ ਕਿ ਉਲਟਾ ਬੰਦਾ ਜਾਂਦਾ ਵੈਲਫੇਅਰ ਵਾਸਤੇ ਤੇ ਪਰੇਸ਼ਾਨ ਹੋ ਕੇ ਵਾਪਸ ਆ ਜਾਂਦਾ। ਯਾਨੀ ਉਹ ਸ਼ਾਰਟਕਟ ਕਰਦੇ ਨੇ ਬਹਿਸ ਤੋਂ ਪਹਿਲਾਂ ਹੀ ਕਿ ਬਈ ਇੰਜ ਦਾ ਕੋਈ ਕਾਨੂੰਨ ਹੀ ਨਹੀਂ ਪਾਸ ਹੋਇਆ, ਪਿੱਛੇ ਗੱਲ ਹੀ ਨਹੀਂ। ਪਿੱਛੇ ਬੱਚੀ ਦੀ ਮੈਂ ਸ਼ਾਦੀ ਕੀਤੀ ਹੈ, ਬੱਚੀ ਦੀ ਸ਼ਾਦੀ ਵਾਸਤੇ ਮਾਲੀ ਇਮਦਾਦ ਵਾਸਤੇ ਮੈਂ ਗਿਆ ਹਾਂ, ਸਾਰੇ ਨੂੰ ਫਾਰਮ ਪੁਰ ਕਰਕੇ ਲੈ ਗਿਆ ਵਾਂ, ਵੈਲਫੇਅਰ ਅਫਸਰ ਕੋਲ ਸਾਰਾ ਕੁਝ ਪੁਰ ਕਰਾ ਕੇ ਲੈ ਗਿਆ ਵਾਂ। ਤੇ ਉਹਨਾਂ ਕਿਹਾ ਜੀ ਨਹੀਂ, ਸਾਡੀ ਤੇ ਪਾਲਿਸੀ ਨਹੀਂ ਹੈ, ਸਾਡੀ ਪਾਲਿਸੀ ਹੈ 15,000 ਤੋਂ ਕਮ ਪੈਨਸ਼ਨ ਜਿਹੜਾ ਉਹ ਸੀ ਨਾ, ਹਾਂਜੀ, ਉਸ ਨੂੰ ਦੇਾਂਗੇ। ਉਹ 15,000 ਤੇ ਵਿਚਾਰਾ ਬਿਲਕੁਲ ਹੀ 300 ਰੁਪਏ ਦਿਹਾੜੀ ਉਹਦੀ ਬਣੀ, ਜਿਹੜਾ ਨਾਸਾ ਉਹਦੇ ਕਾਗਜ਼ ਹੀ ਨਹੀਂ ਭੇਜਦੇ। ਹਾਂਜੀ, ਮਾਯੂਸ ਹੋ ਕੇ ਵਾਪਸ ਆ ਗਏ। ਹਾਂ, ਨਹੀਂ ਦਿੱਤੇ। ਹੁਣ ਮੈਨੂੰ ਖਾ ਗਏ ਮੁਖਤਲਿਫ ਮੇਰੇ ਨਾਲ ਦੇ ਜਿਹੜੇ ਐਸਨ ਨੰਬਰੀ ਲੋਕ, ਉਹਨਾਂ ਦੀਆਂ ਮੈਨੂੰ ਕਾਲਾਂ ਆਈਆਂ ਨੇ ਕਿ ਯਾਰ ਖੁਸ਼ਾਬ ਜਾ ਤੂੰ, ਹਾਂ, ਤੇ ਉੱਥੇ ਜਾ ਕੇ ਆਪਣਾ ਇਹ ਗਰੁੱਪ ਇੰਸ਼ੋਰੈਂਸ ਜਾ ਔਰ ਉੱਥੇ ਜਾ ਕੇ ਅੱਛਾ ਗਰੁੱਪ ਇੰਸ਼ੋਰੈਂਸ ਦਾ ਜਿਹੜਾ ਫਾਰਮ ਹੈ ਨਾ ਲੈ ਕੇ ਉਹ ਕਰਕੇ ਤੇ ਉਹ ਰਿਕਾਰਡ ਵਿੰਗ ਨੂੰ ਭੇਜਾਓ। ਰਿਕਾਰਡ ਵਿੰਗ ਜਿਹੜੀ ਅੱਗੇ CMA ਨੂੰ ਭੇਜੀ, ਹਾਂਜੀ, ਤੇ ਉਹ ਤੁਹਾਡੇ ਅਕਾਊਂਟ ਵਿੱਚ ਪੈਸੇ ਆ ਜਾਣਗੇ। ਅੱਛਾ, ਉੱਥੇ ਜਦੋਂ ਗਏ ਤੇ ਉਹ ਕਹਿੰਦੇ ਜੀ ਹੈ ਹੀ ਝੂਠ, ਯਾਨੀ ਇੱਥੇ ਕੋਈ ਗੱਲ ਹੀ ਕੋਈ ਨਹੀਂ। ਇਹ ਸਿਰਫ ਖੁਸ਼ਾਬ ਨੂੰ ਜਿਹੜਾ ਤਕਲੀਫ ਹੈ ਜਾਂ ਬਾਕੀ ਜ਼ਿਲ੍ਹੇ ਸਾਰਿਆਂ 'ਚ ਲੱਭਦੀ? ਔਰ ਮੇਰੇ ਨਾਲ ਦਾ JCO ਨੈਬ ਸੁਬੇਦਾਰ ਹੈ, ਉਸ ਮੈਂ ਫਾਰਮ ਆਪਣਾ ਪੁਰ ਕੀਤਾ ਹੋਇਆ ਮੈਂ ਦੇਰ ਸੈਂਡ ਕੀਤਾ ਹੈ ਕਿ ਇਹ ਦੇਖ ਲੈ ਫਾਰਮ ਅਸੀਂ ਦੇ ਰਹੇ ਹਾਂ ਔਰ ਸਾਨੂੰ ਲੱਭ ਰਹੇ। ਆਪਣਾ ਲਿਖਣਾ ਮੈਂ ਅਕਾਊਂਟ ਨੰਬਰ ਵਗੈरह ਲਿਖਣਾ ਹੈ, ਰੈਂਕ ਨਾ, ਉਹ ਤੇ ਫਿਰ ਜ਼ਾਹਿਰ ਹੈ ਉਹਨਾਂ ਦੀ ਡਿਮਾਂਡ ਹੈ ਕਿ ਕਿੱਥੇ ਨੌਕਰੀ, ਦੀ ਡੇਟ, ਬਰਥੀ ਦੀ ਡੇਟ, ਇਹ ਸਾਰਾ ਕੁਝ ਪੁਰ ਕਰਨਾ ਹੈ ਤੇ ਤੁਸੀਂ ਉਹ ਰਿਕਾਰਡ ਵਿੰਗ ਨੂੰ ਭੇਜਣਾ ਹੈ।
ਤੇ ਸਾਡੇ ਖੁਸ਼ਾਬ ਵੈਲਫੇਅਰ ਖੁਸ਼ਾਬ ਵਾਲੇ ਲੈਂਦੇ ਹੀ ਨਹੀਂ, ਉਹ ਫਾਰਮ ਹੀ ਨਹੀਂ ਲੈਂਦੇ ਕਿ ਉਹ ਫਾਰਮ ਉਹਨਾਂ ਦੇ ਕੋਲੋਂ ਮਿਲਣਾ ਵੇ, ਉਹ ਕਹਿੰਦੇ ਸਾਨੂੰ ਪਤਾ ਹੀ ਕੋਈ ਨਹੀਂ, ਸਾਨੂੰ ਪਤਾ ਹੀ ਕੋਈ ਨਹੀਂ, ਫਾਰਮ ਹੀ ਉਹਨਾਂ ਕੋਲ ਲੱਭਣਾ ਹੈ, ਉਹਨਾਂ ਕੋਲੋਂ। ਇੰਜ ਲੱਗਦਾ ਹੈ ਕਿ ਡਿਸਟ੍ਰਿਕਟ ਖੁਸ਼ਾਬ ਜਿਹੜਾ ਹੈ ਤਾਂ ਬੈਚੋ ਕਿਤੇ ਇੰਡੀਆ ਦਾ ਵੇ, ਕੋਈ ਵਾਲੀ ਵਾਰਸ ਹੀ ਕੋਈ ਕੋਈ ਵੀ ਨਹੀਂ। ਉੱਥੇ ਜਿਹੜੇ ਅਫੀਸਰ ਨੇ, ਜਿਹੜੇ ਉੱਥੇ ਮਹਿਕਮੇ ਦੇ ਬੰਦੇ ਬੈਠੇ ਨੇ, ਉਹ ਜਾਂ ਆਪਣਾ ਕੰਮ ਕਰਦੇ ਨੇ ਜਾਂ ਰਿਸ਼ਤੇਦਾਰਾਂ ਦਾ, ਆਪਣੇ ਰਿਸ਼ਤੇਦਾਰ, ਯਾਨੀ ਬਾਕੀ ਕੋਈ ਬੰਦਾ ਬਾਕੀ ਕਿਸੇ ਦੀ ਫਿਰ ਉਹ ਫੌਜ ਵਾਸਤੇ ਥੋੜੀ ਉੱਥੇ ਬੈਠੇ ਨੇ, ਉਤਰਾਵਾ ਫੌਜ ਕੋਲ ਲੈਂਦੇ, ਹਾਲਾਂਕਿ ਉਹ ਰਿਟਾਇਰ ਫੌਜੀਆਂ ਦੀ ਵੈਲਫੇਅਰ ਵਾਸਤੇ ਬੈਠੇ ਨੇ, ਅਦਰ ਸਰਵਿਸ ਲੇਕਿਨ ਉੱਥੇ ਵੈਲਫੇਅਰ ਜਾਓ ਤੇ ਬੰਦਾ ਉਲਟਾ ਕੋਈ ਉਹਨਾਂ ਦੀ ਵੈਲਫੇਅਰ ਕਰਦੇ ਹੀ ਨਹੀਂ ਆ ਕੋਈ। ਤੇ ਉਹਦੇ ਤੋਂ ਬਿਹਤਰ ਹੈ ਕਿ ਵੀ ਉੱਥੋਂ ਅਦਾਰਾ ਹੀ ਖਤਮ ਕਰ ਦਿੱਤਾ ਜਾਏ, ਤਾਂ ਕਮ ਅਜ਼ ਕਮ ਅਸੀਂ ਇਹ ਕਹੀਏ, ਰਿਕੁਐਸਟ ਇਹ ਹੈ ਕਿ ਭਈ ਆ ਉੱਥੇ ਕੋਈ ਇਮਾਨਦਾਰ ਅਫਸਰ ਜਿਹੜਾ ਉਹਨਾਂ ਨੂੰ ਪੁੱਛੇ, ਹਾਂ ਉਹਨਾਂ ਦੀਆਂ ਬਦਲੀਆਂ ਕਰੋ, ਜਿਹੜਾ ਵੈਲਫੇਅਰ ਵਾਸਤੇ ਲੋਕ ਜਾਣ ਉਹਨਾਂ ਨੂੰ ਗਾਈਡਲਾਈਨ ਦੇਵੇ। ਜੀ ਹਾਂ, ਠੀਕ ਹੈ, ਹਾਂ ਕਿ ਵੀ ਇਹ ਮਹਿਕਮੇ ਦੀ ਤਰਫੋਂ ਨਵੀਂ, ਦੇਖੋ ਹਰ ਸਾਲ ਨਵੀਆਂ ਪੁਲਿਸੀਆਂ ਤੇ ਜਿਹੜੇ ਵਿਚਾਰੇ ਫੌਜ ਚੋਂ ਆ ਗਏ ਨੇ ਉਹਨਾਂ ਦਾ ਤੇ ਕੋਈ ਵਾਲੀ ਵਾਰਸ ਹੀ ਕੋਈ ਨਹੀਂ, ਤੇ ਉਹ ਇੰਨੇ ਪਰੇਸ਼ਾਨ। ਔਰ ਤੁਹਾਡੇ ਮੇਰੇ ਹਾਲੇ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਬੰਦੇ ਨੇ ਐਸੇ ਬੇਸ਼ੁਮਾਰ ਕਿ ਜਿਨ੍ਹਾਂ ਦਾ ਸਮਝ ਲਓ ਕਿ ਇਹਨਾਂ ਨੇ ਹੱਕ ਖਾ ਲਿਆ, ਇਹ ਉਹਨਾਂ ਦਾ ਹੱਕ ਬਣਦਾ ਸੀ। ਬਿਲਕੁਲ, ਉਹਨਾਂ ਨੇ ਸਾਰੀ ਜਵਾਨੀ ਉੱਥੇ ਲਟਾ ਦਿੱਤੀ ਔਰ ਆਪਣੀ ਕੁਰਬਾਨੀਆਂ ਦਿੱਤੀਆਂ, ਜਾਨਾਂ ਦਿੱਤੀਆਂ, ਬਾਰਡਰਾਂ ਦੇ ਸਾਰੀ ਜ਼ਿੰਦਗੀ ਕੱਟ ਛੱਡੀ, ਆਪਣੀਆਂ ਤਨਖਾਹਾਂ ਚੋਂ ਆਪਣੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਉੱਥੇ ਗੁਜ਼ਾਰ ਦਿੱਤੀਆਂ, ਬੱਚਿਆਂ ਤੋਂ ਦੂਰ, ਆਪਣੇ ਮਾਂ ਪਿਓ ਤੋਂ ਦੂਰ। ਔਰ ਆਖਰ ਹੁਣ ਬੁਢਾਪੇ ਦੀ ਵਾਰੀ ਸਾਨੂੰ ਜਿਹੜਾ ਉੱਥੇ ਜਦੋਂ ਜਾਂਦੇ ਆ ਤੇ ਉਹ ਸਾਨੂੰ ਬੰਦੇ ਹੀ ਨਹੀਂ ਸਮਝਦੇ। ਬਸ ਇਸ ਅਦਾਰੇ ਨੂੰ ਸਹੀ ਕੀਤਾ ਜਾਏ ਤਾਂ ਕਿ ਲੋ ਜੀ ਲਾਲੇ ਨਾਲ ਦੀ ਗੱਲ ਸੁਣੋ, ਜਿਹੜੇ ਇਹਨਾਂ ਨੂੰ ਤਕਲੀਫ ਹੈ, ਉਹ ਸਾਡੀ ਰਿਕੁਐਸਟ ਹੈ, ਤਰਲਾ ਸਾਡਾ ਕਿ ਵੀ ਇਸ ਤਰ੍ਹਾਂ ਨਾ ਕਰੋ, ਐਡਾ ਜ਼ੁਲਮ ਨਾ ਕਰੋ, ਲੋਕ ਮਤਨਫਰ ਹੋ ਰਹੇ। ਬਿਲਕੁਲ ਠੀਕ ਹੈ ਜੀ। ਤੇ ਤੁਸੀਂ ਯਾਨੀ ਉਸ ਜਿਹੜਾ ਤੁਹਾਡਾ ਹਿਸਾਬ ਦਾ ਉਹਦਾ ਐਡਰੈਸ ਦੱਸੋ ਨਾ ਕਿ ਵੀ ਕਿਹੜਾ ਕਿੱਥੇ ਕੋਈ ਜਿਹੜਾ ਬੰਦਾ ਬੈਠਾ ਹੈ। ਉਹ ਡਿਸਟ੍ਰਿਕਟ ਖੁਸ਼ਾਬ ਦੇ ਵਿੱਚ ਕਲਮਾ ਚੌਕ ਦੇ ਵਿੱਚ ਕੋਈ ਸੋਲਜਰ ਬੋਰਡ ਹਾਂ, ਇੱਕ ਹੀ ਸੋਲਜਰ, ਔਰ ਉਹਦੀ ਸਾਰੇ ਦੀ ਤਹਿਕੀਕ ਕੀਤੀ ਜਾਏ। ਉਹਦੇ 'ਚ ਕੋਈ ਚੌਕੀਦਾਰ ਤੋਂ ਲੈ ਕੇ ਨਾ ਉੱਪਰ ਤੱਕ ਕੋਈ ਵੀ ਇੱਕ ਬੰਦਾ ਨਹੀਂ ਹੈ ਕਿ ਜਿਹੜਾ ਬਈ ਇੱਕ ਬੰਦਾ ਵੈਲਫੇਅਰ ਵਾਸਤੇ ਜਾਂਦਾ, ਉਸ ਨੂੰ ਕੋਈ ਗਾਈਡਲਾਈਨ ਦਿਓ, ਉਹਨੂੰ ਕੁਝ ਸਮਝਾਓ। ਉਲਟਾ ਉਸ ਨੂੰ ਆਖਦੇ ਯਾਰ ਤੂੰ ਕਿੱਥੋਂ ਸੁਣ ਕੇ ਆਇਆ ਹੈ, ਉਲਟਾ ਟਾਰਚਰ ਕਰਨ ਦੇ। ਉਹ ਬੰਦਾ ਬੇਇੱਜ਼ਤ ਹੋ ਕੇ ਬਾਹਰ ਨਿਕਲਦਾ। ਬੰਦਾ ਜਿਹੜਾ ਜਾਂਦਾ ਵੇ ਉਹ ਕਿਸੇ ਸਬੂਤ ਨਾਲ ਜਾਂਦਾ ਵੇ, ਉਸ ਨੂੰ ਕਿਧਰੋਂ ਉਹ ਨਾ ਦਵੇ ਤੇ ਤਾਂ ਹੀ ਹੋ ਜਾਂਦਾ ਨਾ। ਔਰ ਮੇਰੇ ਕੋਲ ਮੌਜੂਦ ਹੈ ਫਾਰਮ ਜਿਹੜਾ ਮੇਰੇ ਕੋਲ ਸਬੂਤ ਤੋਂ ਇਲਾਵਾ ਲਾਲਾ ਜੀ ਗੱਲ ਨਾ ਹੋਵੇ ਤੇ ਉਂਝ ਤੇ ਕਿਸੇ ਦਾ ਜਾਣ ਦਾ ਮਕਸਦ ਹੀ ਕੋਈ। ਤੇ ਜਦੋਂ ਦੂਸਰੇ ਜਗ੍ਹਾ ਤੇ ਮੈਂ ਸਮਝਦਾ ਹੋਰ ਕਿਸੇ ਜ਼ਿਲ੍ਹੇ 'ਚੋਂ ਜਿਹੜਾ ਨਾ ਪਤਾ ਕਰਕੇ ਤੇ ਇਹਨਾਂ ਤੇ ਪੂਰਾ ਜਿਹੜਾ ਨਾ ਯਾਨੀ 100% ਇਸ ਚੀਜ਼ ਦੇ ਉੱਤੇ ਬਹਿਸ ਕੀਤੀ ਜਾਏ। ਮੈਂ ਕਹਿਣਾ ਵਾ ਕਿ ਉਸ ਜ਼ਿਲ੍ਹੇ ਦੇ ਬੰਦੇ ਜਿਹੜੇ ਨੇ ਨਾ ਉਸ ਜ਼ਿਲ੍ਹੇ 'ਚ ਹੋਣੇ ਹੀ ਨਹੀਂ ਚਾਹੀਦੇ। ਮੁਖਤਲਿਫ ਜ਼ਿਲ੍ਹਿਆਂ ਦੇ ਲੋਕ ਜਿਹੜੇ ਨੇ ਨਾ ਦੂਰ ਦੇ ਫੌਜੀ ਰਿਟਾਇਰ, ਉਹਨਾਂ ਨੂੰ ਉੱਥੇ ਅਸਲ ਉਹ ਜ਼ਾਤੀ ਉੱਥੇ ਦੇ ਨੇ ਬਸ, ਔਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਔਰ ਕੋਈ ਟੈਨਸ਼ਨ ਨਹੀਂ ਲੈਂਦੇ, ਔਰ ਆਪਣੇ ਬੰਦਿਆਂ ਨੂੰ ਜਿਹੜੇ ਉਹਨਾਂ ਦੇ ਜਾਣਨ ਵਾਲੇ ਨੇ ਉਹਨਾਂ ਨੂੰ ਸਾਰੇ ਚੀਜ਼ਾਂ ਤੋਂ ਨਵਾਜ਼ਦੇ, ਮਜ਼ੇ ਨਾਲ ਘਰੋਂ ਉੱਠਦੇ ਨੇ, ਉੱਥੇ ਆ ਜਾਂਦੇ ਨੇ, ਤਨਖਾਹਾਂ ਲਈਆਂ ਤੇ ਘੱਟ ਹੋ ਗਿਆ। ਤੇ ਜਿਹੜੇ ਕੋਈ ਆਪਣੇ ਜੀ ਹੋਏ ਉਹਨਾਂ ਨੂੰ ਬਸ, ਉਹਨਾਂ ਨੂੰ ਜਿਹੜੀਆਂ ਨਹੀਂ ਲੱਭਣ ਵਾਲੀਆਂ ਸਹੂਲਤਾਂ ਉਹ ਵੀ ਦਿੱਤੀਆਂ ਗਈਆਂ, ਤੇ ਜਿਨ੍ਹਾਂ ਦਾ ਹੱਕ ਬਣਦਾ ਉਹਨਾਂ ਦਾ ਸਾਰੇ ਖਾ ਲਏ। ਬਸ ਇਹ ਸਾਡੀ ਰਿਕੁਐਸਟ ਹੈ, ਮਿਹਰਬਾਨੀ ਕਰੋ ਤੇ ਇਸ ਨੂੰ ਚੜਾਓਗੇ ਭੇਜੋ। ਲੋ ਜੀ ਅੱਲਾ ਦੇ ਵਾਲੇ।